हाँ जी, तैयारी है जी। ਦਿੱਲੀ ਦੇ ਵਿੱਚ ਸਾ ਹਰਮੀਤ ਸਿੰਘ ਕਾਲਕਾ ਹੋਰਾਂ ਵੱਲੋਂ ਜੋ ਪ੍ਰੈਸ ਕਾਨਫਰੰਸ ਕਰਕੇ ਬਿਆਨਬਾਜ਼ੀ ਕੀਤੀ ਆ, ਸ਼੍ਰੋਮਣੀ ਅਕਾਲੀ ਦਲ ਇਹਨੂੰ ਮੀਰੀ ਪੀਰੀ ਦੇ ਸਿੱਖ ਪੰਥ ਦੇ ਸਿਧਾਂਤ ਤੇ ਸਿੱਧਾ ਹਮਲਾ ਸਮਝਦਾ। ਮੀਰੀ ਪੀਰੀ ਦੇ ਸਿਧਾਂਤ ਨੂੰ ਡਿਲੂਟ ਕਰਨ ਲਈ ਪੰਥ ਵਿਰੋਧੀ ਸ਼ਕਤੀਆਂ ਵੱਲੋਂ एक डूंगी साजिश का हिस्सा है। मीरी पीरी का सिद्धांत जो सिख संस्थावां, सिख परंपरावां, सिख इतिहास नाल जुड़िया होया गुरु साहिबान का बख्शिया होया सिद्धांत आ, और मीरी पीरी के सिद्धांत के आधार ते ही श्रोमणी गुरुद्वारा प्रबंधक कमेटी, दिल्ली सिख गुरुद्वारा मैनेजमेंट कमेटी स्थापित हुई। अज उस सिद्धांत नूं ही तोड़ना, उस सिद्धांत नूं ही वंगारना किसी कीमत ते भी खालसा पंथ बर्दाश्त नहीं कर सकता, ना करेगा। और असीं इहनूं एक चुनौती भी समझते हैं। और ये जिहड़ी पंथ विरोधी शक्तियां दी साजिश आ, ਇਹਦੇ ਵਿਰੋਧ ਦੇ ਵਿੱਚ ਸਮੁੱਚਾ ਪੰਥ ਇਕੱਠਾ ਹੋਏਗਾ। ਅਫਸੋਸ ਇਸ ਗੱਲ ਦਾ ਕਿ ਹਰਮੀਤ ਸਿੰਘ ਕਾਲਕਾ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ, ਉਹ ਖੁਦ ਆਪ ਵੀ ਤੇ ਬਾਕੀ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੇ ਚੋਣ ਲੜ ਕੇ ਆਏ ਹੋਏ ਨੇ। ਤੇ ਜਿਹੜੇ ਆਪ ਇੱਕ ਪਾਰਟੀ ਦੇ ਸਿੰਬਲ ਤੇ ਚੋਣ ਲੜ ਕੇ ਆਏ ਹੋਣ, ਉਹ ਆਪ ਹੀ ਉਦੋਂ ਤੋੜਨ ਲੱਗਣ। ਉਹ ਇਹ ਖਾਲਸਾ ਪੰਥ ਨਾਲ, ਖਾਸ ਤੌਰ ਤੇ ਦਿੱਲੀ ਦੀ ਸਿੱਖ ਸੰਗਤ ਨਾਲ ਬਿਟਰੇ ਆ। ਦਿੱਲੀ ਦੀ ਸਿੱਖ ਸੰਗਤ ਨਾਲ ਧੋਖਾ, ਵਿਸ਼ਵਾਸਘਾਤ ਆ। ਦਿੱਲੀ ਦੀ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੇ ਵੋਟਾਂ ਪਾ ਕੇ ਇਹ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਸਾਹਿਬਾਨਾਂ ਦੀ ਇਹਨਾਂ ਸੱਜਣਾਂ ਨੂੰ ਸੰਭਾਲੀ ਸੀ। ਅੱਜ ਦਿੱਲੀ ਦੀ ਸਿੱਖ ਸੰਗਤ ਦੀ ਵਿਚਾਰ ਜਿਹੜੀ ਭਾਵਨਾ ਕਹਿ ਲਓ, ਸੋਚ ਕਹਿ ਲਓ, ਉਹਨਾਂ ਦੀ ਵਰਡਿਕਟ ਨੂੰ ਨਕਾਰ ਕੇ ਅੱਜ ਆਪਣਾ ਇੱਕ ਕਿਸੇ ਸਾਹਸੀ ਹੱਥਾਂ ਦਾ ਸ਼ਿਕਾਰ ਹੋ ਕੇ ਮਤਲਬ ਇਹ ਕਹਿਣਾ ਕਿ ਗੁਰਦੁਆਰਾ ਪ੍ਰਬੰਧ ਦੇ ਵਿੱਚ ਕੋਈ ਦਖਲ ਨਾ ਦੇਵੇ ਰਾਜਸੀ ਪਾਰਟੀ, ਉਹ ਇਤਿਹਾਸ ਨੂੰ ਵੀ ਪੁੱਠਾ ਗੇੜਾ ਦੇਣ ਵਾਲੀ ਗੱਲ ਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਥਾਪਨਾ ਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਜਦੋਜਹਿਦ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਲੜਿਆ ਔਰ ਉਸ ਸੰਘਰਸ਼ ਦੇ ਨਤੀਜੇ ਵਿੱਚੋਂ ਭਾਰਤ ਸਰਕਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਐਕਟ ਬਣਾਉਣਾ ਲਈ ਮਜਬੂਰ ਹੋਣਾ ਪਿਆ। ਜਿਹੜੀ ਕਮੇਟੀ ਦੀ ਸਥਾਪਨਾ ਹੀ ਇੱਕ ਰਾਜਸੀ ਪਾਰਟੀ ਦੇ ਸੰਘਰਸ਼ ਤੇ ਦਬਾਅ ਥੱਲੇ ਹੋਈ ਹੋਵੇ, ਉਸ ਕਮੇਟੀ ਦਾ ਪ੍ਰਧਾਨ ਮਤਲਬ ਰਾਜਸੀ ਪਾਰਟੀ ਨੂੰ ਸਰਪ੍ਰਸਤੀ ਤੋਂ ਦੂਰ ਕਰਨ ਲਈ ਬਿਆਨਬਾਜ਼ੀ ਕਰੇ, ਉਹ ਕਿਸੇ ਤਰ੍ਹਾਂ ਹਾਜ਼ਮ ਨਹੀਂ ਹੋ ਸਕਦੀ। ਸੋ ਇਹਨੂੰ ਅਸੀਂ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਔਰ ਇਸੇ ਕਰਕੇ ਹੁਣ ਐਮਰਜੈਂਸੀ ਮੀਟਿੰਗ ਸੱਦੀ ਸੀ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਔਰ ਉਹਦੇ 'ਚ ਫੈਸਲਾ ਕੀਤਾ ਕਿ ਹਰਮੀਤ ਸਿੰਘ ਕਾਲਕਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਐਕਸਪੈਲ ਕੀਤਾ।
क्योंकि ये पार्टी विरोधी कार्रवाई भी आ, पंथक सिद्धांत के विरुद्ध भी आ, जिहड़ी किसी तरह बर्दाश्त नहीं हो सकती। सो नाल ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਟੇਟ ਦਾ ਜਿਹੜੇ ਢਾਂਚਾ ਸਾਰਾ ਉਹ ਵੀ ਭੰਗ ਕਰਤਾ। ਟੋਟਲ ਜਿਹੜੀ ਉੱਥੇ ਜਥੇਬੰਦੀ ਆ ਉਹ ਭੰਗ ਕਰਕੇ ਉੱਥੇ ਇੱਕ ਅਡਹਾਕ ਕਮੇਟੀ ਸਾਹਿਬ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਸਥਾਪਿਤ ਕੀਤੀ ਆ। ਅਵਤਾਰ ਸਿੰਘ ਹਿੱਤ ਪਹਿਲਾਂ ਪ੍ਰਧਾਨ ਵੀ ਦਿੱਲੀ ਸਟੇਟ ਅਕਾਲੀ ਦਲ ਦੇ ਰਹੇ, ਦਿੱਲੀ ਗੁਰਦੁਆਰਾ ਕਮੇਟੀ ਦੇ ਵੀ ਪ੍ਰਧਾਨ ਰਹੇ, ਤੇ ਪਟਨਾ ਸਾਹਿਬ ਗੁਰਦੁਆਰਾ ਪਟਨਾ ਸਾਹਿਬ ਸੱਚਖੰਡ ਸਾਹਿਬ ਦੇ ਪ੍ਰਧਾਨ ਨੇ। ਉਹਨਾਂ ਦੀ ਅਗਵਾਈ ਦੇ ਵਿੱਚ ਸਾਹ ਹਰਵਿੰਦਰ ਸਿੰਘ KP, ਸਾਹ ਭੁਪਿੰਦਰ ਸਿੰਘ ਆਨੰਦ, ਸਾਹ ਗੁਰਦੇਵ ਸਿੰਘ ਭੋਲਾ, ਰਵਿੰਦਰ ਸਿੰਘ ਖੁਰਾਣਾ ਤੇ ਸਾਹ ਰਵਿੰਦਰ ਸਿੰਘ ਖੁਰਾਣਾ। ਸਾਹ ਅਵਤਾਰ ਸਿੰਘ ਹਿੱਤ ਦੀ ਕਨਵੀਨਰਸ਼ਿਪ ਥੱਲੇ 5 ਮੈਂਬਰੀ ਕਮੇਟੀ ਬਣਾਈ ਆ। ਸਾਹ ਹਰਵਿੰਦਰ ਸਿੰਘ KP, ਸਾਹ ਗੁਰਦੇਵ ਸਿੰਘ ਭੋਲਾ, ਸਾਹ ਭੁਪਿੰਦਰ ਸਿੰਘ ਆਨੰਦ, ਸਾਹ ਰਵਿੰਦਰ ਸਿੰਘ ਖੁਰਾਣਾ। ਹੋ ਗਏ 5 ਨਹੀਂ? ਇਹ ਮਤਲਬ ਇਸ ਕਮੇਟੀ ਨੂੰ ਅਧਿਕਾਰ ਵੀ ਦਿੱਤੇ ਆ ਵੀ ਉਹ ਦਿੱਲੀ ਦੀ ਸਿੱਖ ਸੰਗਤ ਨਾਲ, ਦਿੱਲੀ ਦੇ ਅਕਾਲੀ ਦਲ ਦੇ ਜਿਹੜੇ ਵਰਕਰ ਆ ਉਹਨਾਂ ਨਾਲ ਮਿਲ ਕੇ ਪੱਕੇ ਤੌਰ 'ਤੇ ਜਿਹੜੀ ਉੱਥੇ ਅਸੀਂ ਜਥੇਬੰਦੀ ਬਣਾਉਣੀ ਆ ਉਹਦੇ ਇਹਨਾਂ ਨੂੰ ਅਧਿਕਾਰ ਦਿੱਤੇ ਆ। ਔਰ ਥੋੜ੍ਹੇ ਦਿਨਾਂ ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਮਤਲਬ ਇੱਕ ਪੰਥਕ ਮਰਿਆਦਾ ਅਤੇ ਪੰਥਕ ਸਿਧਾਂਤ ਅਨੁਸਾਰ ਜਿਹੜੀ ਉਹਦੀ ਮਤਲਬ ਪ੍ਰਬੰਧ ਆ, ਦੇਖ ਰੇਖ ਆ, ਉਹ ਚੱਲਦੀ ਰੱਖਣ ਲਈ ਮਤਲਬ ਇਹ ਜਿਹੜੀ ਕਮੇਟੀ ਆ ਇਹ ਮੈਂਬਰ ਸਾਹਿਬਾਨ ਦੀ ਮੀਟਿੰਗ ਸੱਦੇਗੀ ਸਾਰਿਆਂ ਨੂੰ। ਔਰ ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਅਪੀਲ ਕਰਦੇ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਕਿਸੇ ਵਿਅਕਤੀ ਨਾਲ, ਕਿਸੇ ਧੜੇ ਨਾਲ, ਕਿਸੇ ਪਾਰਟੀ ਨਾਲ ਜੀ ਸਦਕੇ ਸੰਬੰਧ ਰੱਖਣ, ਪਰ ਜਿੱਥੇ ਸਵਾਲ ਪੰਥ ਦਾ, ਜਿੱਥੇ ਸਵਾਲ ਪੰਥ ਦੀਆਂ ਮਰਿਆਦਾ ਅਤੇ ਪਰੰਪਰਾਵਾਂ ਦਾ, ਜਿੱਥੇ ਸਵਾਲ ਪੰਥ ਦੀਆਂ ਸੰਸਥਾਵਾਂ ਦਾ, ਉੱਥੇ ਪੰਥਕ ਸਿਧਾਂਤ ਦੇ ਨਾਲ ਡਟ ਕੇ ਪਹਿਰਾ ਦੇਣ। ਇਹ ਸਾਡੀ ਸਮੂਹ ਦਿੱਲੀ ਦੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੁਣੇ ਹੋਏ ਮੈਂਬਰ ਸਾਹਿਬਾਨ ਨੂੰ ਅਪੀਲ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ। ਔਰ ਜਿਹੜੀ ਅਸੀਂ ਇਹ ਕਮੇਟੀ ਬਣਾਈ ਆ ਪਾਰਟੀ ਵੱਲੋਂ, ਇਹਨੂੰ ਅਸੀਂ ਅਧਿਕਾਰ ਦਿੱਤੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਸਾਰੇ ਮੈਂਬਰ ਸਾਹਿਬਾਨ ਨਾਲ ਰਾਬਤਾ ਕਾਇਮ ਕਰਕੇ, ਕੋਈ ਧੜਾ ਨਹੀਂ ਹੈ, ਕੋਈ ਪਾਰਟੀ ਨਹੀਂ ਹੈ, ਕੋਈ ਕਿਸੇ ਕਿਸਮ ਦਾ ਮਤਭੇਦ ਨਹੀਂ ਹੈ, ਨਿਰੋਲ ਪੰਥਕ ਸਿਧਾਂਤ 'ਤੇ ਪਹਿਰਾ ਦੇਣ ਵਾਲੇ ਜਾਂ ਦਿੱਲੀ ਦੀ ਸਿੱਖ ਸੰਗਤ ਦੇ ਫੈਸਲੇ 'ਤੇ ਫੁੱਲ ਚੜਾਉਣ ਵਾਲੇ, ਜਾਂ ਇਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਤਿਹਾਸ ਨੂੰ ਪਹਿਰਾ ਦੇਣ ਵਾਲੇ ਜਿੰਨੇ ਮਾਨਯੋਗ ਮੈਂਬਰ ਸਾਹਿਬਾਨ ਆ ਉਹ ਸਾਡੀ ਇਸ ਕਮੇਟੀ ਨੂੰ ਸਹਿਯੋਗ ਦੇਣ, ਤਾਂ ਕਿ ਦਿੱਲੀ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਜਿਹੜਾ ਹੈ ਉਹ ਪੰਥਕ ਸੋਚ ਅਨੁਸਾਰ, ਮਰਿਆਦਾ ਅਨੁਸਾਰ ਚੱਲ ਸਕੇ, ਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਕਿਸੇ ਤਰ੍ਹਾਂ ਵੀ ਸਾਡੀਆਂ ਇਹ ਸੰਸਥਾਵਾਂ ਉਹਨਾਂ ਦੇ ਹੱਥਾਂ ਵਿੱਚ ਨਾ ਜਾਣ। ਸਾਡੀ ਪੰਥ ਦੀ ਮਰਿਆਦਾ ਅਤੇ ਪੰਥ ਦੀ ਵਿਚਾਰਧਾਰਾ ਨੂੰ ਕੋਈ ਡਿਲਿਊਟ ਕਰਨ ਵਾਲੀ ਸ਼ਕਤੀ ਜਿਹੜੀ ਆ ਉਹਦੀ ਖੇਡ ਸਫਲ ਨਾ ਹੋਏ। ਇਹ ਅਸੀਂ ਉਹਨਾਂ ਸਾਰੇ ਮੈਂਬਰ ਸਾਹਿਬਾਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਅਸੀਂ ਕਮੇਟੀ ਬਣਾਈ ਆ ਅਕਾਲੀ ਦਲ ਵੱਲੋਂ ਉਹਦਾ ਸਹਿਯੋਗ ਦੇਣ, ਔਰ ਪ੍ਰਬੰਧ ਸੰਭਾਲਣ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦਾ ਦਿੱਲੀ ਦਾ ਉਹਦੇ 'ਚ ਸੋਚ ਨੂੰ ਪੰਥਕ ਵਿਚਾਰਾਂ ਅਨੁਸਾਰ ਸਹਿਯੋਗ ਦੇਣ। ਇੰਨਾ ਕਹਿ ਕੇ ਮੈਂ ਹਿੱਤ ਸਾਹਿਬ ਕਹਿ ਦੋ। ਆ ਲਾ ਬੋਲੋ ਉੱਚੀ, ਤੁਸੀਂ ਬੋਲਣਾ ਨਾ। ਬਹੁਤ ਉੱਚੀ ਮੈਂ ਬੋਲੂੰ। ਮੇਰੇ ਬਹੁਤ ਹੀ ਸਤਿਕਾਰਯੋਗ ਸਾਰੇ ਪੱਤਰਕਾਰ ਮੇਰੇ ਭਰਾਵੋ, ਦੋਸਤੋ, ਮਿੱਤਰੋ, ਤੁਹਾਡਾ ਬੜਾ ਸਮਾਂ ਹੋ ਗਿਆ, ਮੈਂ ਵੀ ਲੇਟ ਹੋ ਗਿਆ ਥੋੜ੍ਹਾ ਪਿੱਛੇ। ਜਿਵੇਂ ਚੰਦੂ ਬਾਜਵਾ ਜੀ ਨੇ ਤੁਹਾਡੇ ਸਾਹਮਣੇ ਰੱਖਿਆ, ਇਹ ਫੈਸਲਾ ਪਾਰਟੀ ਨੇ ਕੀਤਾ, ਤੇ ਇਹ ਫੈਸਲਾ ਹਜੇ ਕੁਛ ਲੋੜ ਨਹੀਂ ਸੀ ਕਰਨ ਦੀ।
ਜਦੋਂ ਕਿਸੇ ਚੀਜ਼ ਦੀ ਕੋਈ ਹੱਦ ਟੱਪ ਜਾਂਦੀ ਆ ਫਿਰ ਉਸ ਵੇਲੇ ਸਾਰੇ ਕੰਮ ਕਰਨੇ ਪੈਂਦੇ ਆ। ਜਿਨ੍ਹਾਂ ਲੋਕਾਂ 'ਤੇ ਵਿਸ਼ਵਾਸ ਕੀਤਾ ਪਾਰਟੀ ਨੇ ਬਿਲਕੁਲ ਬੇਧੜਕ ਹੋ ਕੇ ਵਿਸ਼ਵਾਸ ਕੀਤਾ, ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ। ਟਿਕਟਾਂ ਵੀ ਉਹਨਾਂ ਦੇ ਕਹਿਣ 'ਤੇ ਵੰਡੀਆਂ ਗਈਆਂ, ਬੰਦਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ, ਬੰਦੇ ਜਿੱਤ ਵੀ ਗਏ। ਠੀਕ ਹੈ, ਜਦੋਂ ਉਹਨਾਂ ਨੇ ਦੂਜੇ ਪਾਸੇ ਤਾਕਤ ਨੂੰ ਦੇਖਦਿਆਂ ਹੋਇਆ ਤੇ ਇੱਧਰ ਵੀ ਸ਼ਾਇਦ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਮਨ ਵਿੱਚ ਸ਼ੰਕਾ ਪ੍ਰਗਟ ਕਰਕੇ ਆਪਣੇ ਆਪ ਨੂੰ ਲੋਕਾਂ ਨੂੰ ਪ੍ਰੇਰਿਤ ਕਰ ਲਿਆ, ਮੈਂਬਰਾਂ ਨੂੰ, ਕਿ ਆਪਾਂ ਨੂੰ ਉੱਥੇ ਤੁਹਾਨੂੰ ਟਿਕਟਾਂ ਦਵਾਓਗੇ, ਤੈਨੂੰ ਵੀ ਕਾਉਂਸਲਰ, ਤੂੰ ਵੀ ਕਾਉਂਸਲਰ, ਤੂੰ ਵੀ ਕਾਉਂਸਲਰ, ਪਤਾ ਨਹੀਂ ਇੱਕ ਮਿਲਣੀ ਕਿ ਤੂੰ ਮਿਲਣੀਆਂ ਕਿ ਮਿਲਣੀਆਂ ਹੀ ਨਹੀਂ। ਤੇ ਉਸ ਲਾਲਚ ਵਿੱਚ ਉਹਨਾਂ ਨੂੰ ਨਾਲ ਤੋੜ ਕੇ ਤੋਂ ਉਹਨਾਂ ਨੇ ਇੱਕ ਜੋ ਖੜਾ ਕੀਤਾ, ਅਡੰਬਰ ਰਚਿਆ ਇਹਨਾਂ ਨੇ, ਇਹ ਬੜਾ ਘਾਤਕ। ਇਹਦੇ ਨਾਲ ਦਿੱਲੀ ਦਾ ਹਰ ਸਿੱਖ ਜਿਹੜਾ ਹਰ ਸਿੱਖ ਉਹ ਜ਼ਖਮੀ ਹੋਇਆ, ਉਹਦਾ ਹਿਰਦਾ ਇਸ ਕਰਕੇ ਹੋਇਆ ਕਿ ਮੇਰੇ ਨਾਲ ਕਿਸੇ ਦੇ ਇਖਤਲਾਫ ਹੋ ਸਕਦੇ ਅਵਤਾਰ ਸਿੰਘ ਨਾਲ, ਲੇਕਿਨ ਸ਼੍ਰੋਮਣੀ ਅਕਾਲੀ ਦਲ ਜਿਹੜੀ ਜਥੇਬੰਦੀ ਆ ਇਹਦੇ ਨਾਲ ਕਿਸੇ ਦਾ ਕੋਈ ਇਖਤਲਾਫ ਨਹੀਂ। ਹਰ ਬੰਦਾ ਕੁਰਬਾਨ ਹੋਣ ਨੂੰ ਤਿਆਰ ਆ ਕਿ ਪਾਰਟੀ ਇੱਕ ਰਹਿਣੀ ਚਾਹੀਦੀ ਆ ਔਰ ਤਕੜੀ ਹੋਣੀ ਚਾਹੀਦੀ ਆ, ਕੌਮ ਦੀ ਅਗਵਾਈ ਕਰ ਸਕਦੀ ਤੇ ਇਹੀ ਕਰ ਸਕਦੀ ਆ। ਇਹ ਕਦੀ ਕੋਈ ਹੋਰ ਪਾਰਟੀ ਜਾਗੋ ਪਾਰਟੀ ਕੋਈ ਹੋਰ ਪਾਰਟੀ ਬਣਾ ਲੈਂਦੇ, ਇਹ ਤੇ ਐਵੇਂ ਹੁੰਦੀਆਂ ਵਕਤੀ ਤੌਰ ਤੇ। ਇਸ ਕਰਕੇ ਇਸ ਪਾਰਟੀ ਨਾਲ ਸਾਰੀ ਕੌਮ ਦੀ, ਸਾਰੀ ਦਿੱਲੀ ਦੀ ਸੰਗਤ ਦੀ 100% ਦੀ 500% ਸਹਿਮਤੀ ਆ ਕਿ ਇਹ ਪਾਰਟੀ ਰਹਿਣੀ ਚਾਹੀਦੀ ਇੱਕੋ ਇੱਕ। ਇਹਨਾਂ ਨੇ ਆਪਣੇ ਲਾਲਚ ਵਿੱਚ ਆ ਕੇ ਸਾਰਿਆਂ ਬੰਦਿਆਂ ਨੂੰ ਗੁੰਮਰਾਹ ਕੀਤਾ ਔਰ ਅਕਾਲੀ ਦਲ ਦਾ ਪ੍ਰਧਾਨ ਵੀ ਬਣਾਇਆ, ਕਮੇਟੀ ਦਾ ਪ੍ਰਧਾਨ ਵੀ ਬਣਾਇਆ, ਬਣਨ ਦੇ ਬਾਵਜੂਦ ਅਸਤੀਫਾ ਦੇ ਕੇ ਉੱਧਰ ਜਾ ਰਹੇ ਸਾਰੇ। ਇਹਨਾਂ ਨੇ ਇੱਕ ਬਹੁਤ ਵੱਡੀ ਮੈਸੇਜ ਕੌਮ ਨਾਲ, ਪੰਥ ਨਾਲ, ਪਾਰਟੀ ਨਾਲ ਵੱਡੀ ਗਦਾਰੀ ਕੀਤੀ ਆ। ਇਹ ਜਿਹੜਾ ਪਾਰਟੀ ਦਾ ਫੈਸਲਾ ਇਹ ਲੈਣਾ ਜ਼ਰੂਰੀ ਸੀ ਔਰ ਜਿਹੜਾ ਨੇ ਫੈਸਲਾ ਲਿਆ ਇਹ ਬਹੁਤ ਸ਼ਲਾਘਾਯੋਗ, ਬੜੇ ਸਮੇਂ ਨਾਲ ਲਿਆ, ਤਾਂ ਕਿ ਅਸੀਂ ਬੜੀ ਜਲਦੀ ਨਾਲ ਉੱਥੇ ਜਾ ਕੇ ਆਪਣੇ ਸਾਰੇ ਲੋਕਾਂ ਨੂੰ ਇਸ ਗੱਲ ਤੋਂ ਅਗਵਾਹ ਕਰਕੇ ਸਾਰਿਆਂ ਨੂੰ ਸਮਝਾ ਕੇ ਤੇ ਪਾਰਟੀ ਨੂੰ ਮੁੜ ਕੇ ਦੁਬਾਰਾ ਸਰਵਾਈਵ ਕਰਕੇ ਤਾਂ ਅੱਗੇ ਵਧ ਸਕੀਏ, ਤਾਂ ਕਿ ਕੌਮ ਦੇ ਹੱਕਾਂ ਦੀ ਰਾਖੀ ਲਈ। ਔਰ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਆ, ਗੁਰੂ ਤੇਗ ਬਹਾਦਰ ਸਾਹਿਬ 4 ਉੱਥੇ ਵੱਡੀਆਂ ਸ਼ਹਾਦਤਾਂ ਨੇ, ਏਡੇ ਵੱਡੇ ਸਥਾਨ ਨੇ ਕੌਮ ਦੇ ਉੱਥੇ, ਉਹਨਾਂ ਦੀ ਮਾਣ ਮਰਜ਼ਾਦਾ ਨੂੰ ਕਾਇਮ ਕਰਨ ਵਾਸਤੇ ਸਾਨੂੰ ਇਹ ਕਰਨਾ ਪੈਣਾ ਸੀਗਾ। ਇਹ ਅਸੀਂ ਕਰਨਾ, ਇਹ ਕੀਤਾ ਔਰ ਅੱਗੇ ਵੀ ਕਰਾਂਗੇ। ਇਹ ਸਭ ਤੋਂ ਵੱਡੀ ਸਿੱਖ ਵਾਸਤੇ ਮਰਜ਼ਾਦਾ ਹੈ। ਜੇ ਉੱਥੇ ਸਾਡੀ ਮਰਜ਼ਾਦਾ ਨੂੰ ਕੋਈ ਠੇਸ ਲੱਗੀ ਤਾਂ ਅਸੀਂ, ਮੈਂ ਆਪਣੇ ਅਵਤਾਰ ਸਿੰਘ ਹਿੱਤ ਪਾਰਟੀ ਦਾ ਇੱਕ ਨਿੱਘਾ ਜਿਹਾ ਸਿਪਾਹੀ ਹਾਂ, ਮੈਂ ਕਿਸੇ ਕੀਮਤ ਦਾ ਬਰਦਾਸ਼ਤ ਨਹੀਂ ਕਰੂੰ ਚਾਰ ਕਿੰਨੀ ਵੱਡੀ ਪਿੱਛੇ ਕਿ ਸਰਕਾਰ ਕਿਸੇ ਦੀ ਹੋਵੇ ਚਾਹੇ ਨਾ ਹੋਵੇ, ਮੈਂ ਨਹੀਂ ਪਰਵਾਹ ਕਰਦਾ। ਜਿੱਥੇ ਕੋਈ ਬਮਣੀ ਹੋਊਗੀ ਹੋ ਜੀ ਉੱਥੇ ਬਿਲਕੁਲ ਸ਼ਹੀਦ ਹੋਣ ਨੂੰ ਤਿਆਰ ਆ, ਕਿਸੇ ਕੀਮਤ ਤੇ ਨਹੀਂ। ਜਿਹਨਾਂ ਨੇ ਕੀਤਾ ਇਹਦਾ ਗਲਤ ਕੀਤਾ, ਇਹਨਾਂ ਨੂੰ ਕਦੀ ਬਰਦਾਸ਼ਤ ਨਹੀਂ ਕਰਾਂਗੇ। ਕੌਮ ਦੇ ਹੱਕਾਂ ਲਈ ਲੜਾਂਗੇ, ਕੌਮ ਦੇ ਹੱਕਾਂ ਲਈ ਜੀਵਾਂਗੇ, ਕੌਮ ਦੇ ਹੱਕਾਂ ਲਈ ਮਰਾਂਗੇ। ਮੇਰੀ ਪਾਰਟੀ ਦਾ ਇਹ ਫੈਸਲਾ ਤੇ ਫੈਸਲੇ ਚੜਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਹੋਰ ਕੋਈ ਸਵਾਲ ਕਿਸੇ ਨੂੰ ਕਰੋ? ਜਦੋਂ ਭਾਈ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਮੀਟਿੰਗ ਸੀ, ਥੋੜਾ ਦੱਸ ਦਿਓ ਉਹਦੇ ਬਾਰੇ। ਹਾਂਜੀ, ਉਹ ਤਾਂ ਹਾਲੇ ਚੱਲ ਰਹੀ ਹੈ। ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ, ਉਹ ਤਾਂ ਅਜੇ ਮੰਥਨ ਅਸੀਂ ਕਰ ਰਹੇ ਹਾਂ, ਜਿਹੜੀ ਚੋਣ ਦੇ ਨਤੀਜੇ ਉਹਨਾਂ ਤੇ। ਪਹਿਲਾਂ ਕੋਰ ਕਮੇਟੀ ਸੀ, ਅੱਜ ਜ਼ਿਲ੍ਹਾ ਪ੍ਰਧਾਨਾਂ ਦੀ ਸੀ, ਫਿਰ ਕੈਂਡੀਡੇਟ ਚੱਲ ਰਹੀ ਹੈ ਨਾ ਜੀ, ਉਹ ਵਿੱਚ ਅਜੇ ਕੰਟੀਨਿਊ ਹੀ ਆ। ਅਗਲੇ ਦੁਬਾਰ ਫਿਰ ਦੇਖੋ ਸਮੀਖਿਆ ਕਮੇਟੀ ਚੰਡੀਗੜ੍ਹ ਸਾਹਿਬ ਬਣਾਉਣੀ ਸੀ, ਜਿਹੜੀ ਉਹ ਕਮੇਟੀ ਬਣਾਤੀ ਹੈ ਉਹ ਕਿ ਨਹੀਂ ਮੈਂਬਰ? ਨਹੀਂ ਅਜੇ ਬਣਾਈ ਨਹੀਂ, ਬਣਾ ਦੇਣਗੇ ਅੱਜ ਜਾਂ ਕੱਲ੍ਹ ਦੇ ਵਿੱਚ। एक आपकी पार्टी के सीनियर लीडर स्वरूपचंद सिंगला भी पार्टी छोड़ गए, क्या करें? ਦੇਖੋ ਜਦੋਂ ਇਸ ਤਰ੍ਹਾਂ ਦਾ ਮੌਸਮ ਹੁੰਦਾ, ਮੌਸਮ ਮੁਤਾਬਕ ਸਾਰਾ ਕੁਝ ਹੁੰਦਾ, ਤੇ ਕਈ ਆਉਣਗੇ ਕਈ ਜਾਣਗੇ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ। ਹਾਂਜੀ, ਤਿਆਰੀ ਹੈ ਜੀ। ਦਿੱਲੀ ਦੇ ਵਿੱਚ ਸਰ ਹਰਮੀਤ ਸਿੰਘ ਕਾਲਕਾ ਹੋਰਾਂ ਵੱਲੋਂ ਜੋ ਪ੍ਰੈਸ ਕਾਨਫਰੰਸ ਕਰਕੇ ਬਿਆਨਬਾਜ਼ੀ ਕੀਤੀ ਆ, ਸ਼੍ਰੋਮਣੀ ਅਕਾਲੀ ਦਲ ਇਹਨੂੰ ਮੀਰੀ ਪੀਰੀ ਦੇ ਸਿੱਖ ਪੰਥ ਦੇ ਸਿਧਾਂਤ ਤੇ ਸਿੱਧਾ ਹਮਲਾ ਸਮਝਦਾ। ਮੀਰੀ ਪੀਰੀ ਦੇ ਸਿਧਾਂਤ ਨੂੰ ਡਿਲੂਟ ਕਰਨ ਲਈ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਮੀਰੀ ਪੀਰੀ ਦਾ ਸਿਧਾਂਤ ਜੋ ਸਿੱਖ ਸੰਸਥਾਵਾਂ, ਸਿੱਖ ਪਰੰਪਰਾਵਾਂ, ਸਿੱਖ ਇਤਿਹਾਸ ਨਾਲ ਜੁੜਿਆ ਹੋਇਆ, ਗੁਰੂ ਸਾਹਿਬਾਨ ਦਾ ਬਖਸ਼ਿਆ ਹੋਇਆ ਸਿਧਾਂਤ ਆ।
ਔਰ ਮੀਰੀ ਪੀਰੀ ਦੇ ਸਿਧਾਂਤ ਦੇ ਆਧਾਰ ਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਥਾਪਿਤ ਹੋਈਆਂ। ਅੱਜ ਉਸ ਸਿਧਾਂਤ ਨੂੰ ਹੀ ਤੋੜਨਾ, ਉਸ ਸਿਧਾਂਤ ਨੂੰ ਹੀ ਵੰਗਾਰਨਾ ਕਿਸੇ ਕੀਮਤ ਤੇ ਵੀ ਖਾਲਸਾ ਪੰਥ ਬਰਦਾਸ਼ਤ ਨਹੀਂ ਕਰ ਸਕਦਾ, ਨਾ ਕਰੇਗਾ। ਔਰ ਅਸੀਂ ਇਹਨੂੰ ਇੱਕ ਚੁਣੌਤੀ ਵੀ ਸਮਝਦੇ ਹਾਂ। ਔਰ ਇਹ ਜਿਹੜੀ ਪੰਥ ਵਿਰੋਧੀ ਸ਼ਕਤੀਆਂ ਦੀ ਸਾਜ਼ਿਸ਼ ਆ, ਇਹਦੇ ਵਿਰੋਧ ਦੇ ਵਿੱਚ ਸਮੁੱਚਾ ਪੰਥ ਇਕੱਠਾ ਹੋਏਗਾ। ਅਫਸੋਸ ਇਸ ਗੱਲ ਦਾ ਕਿ ਹਰਮੀਤ ਸਿੰਘ ਕਾਲਕਾ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ, ਉਹ ਖੁਦ ਆਪ ਵੀ ਤੇ ਬਾਕੀ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੇ ਚੋਣ ਲੜ ਕੇ ਆਏ ਹੋਏ ਨੇ। ਤੇ ਜਿਹੜੇ ਆਪ ਇੱਕ ਪਾਰਟੀ ਦੇ ਸਿੰਬਲ ਤੇ ਚੋਣ ਲੜ ਕੇ ਆਏ ਹੋਣ, ਉਹ ਆਪ ਹੀ ਉਦੋਂ ਤੋੜਨ ਲੱਗਣ। ਉਹ ਇਹ ਖਾਲਸਾ ਪੰਥ ਨਾਲ, ਖਾਸ ਤੌਰ ਤੇ ਦਿੱਲੀ ਦੀ ਸਿੱਖ ਸੰਗਤ ਨਾਲ ਬਿਟਰੇ ਆ, ਦਿੱਲੀ ਦੀ ਸਿੱਖ ਸੰਗਤ ਨਾਲ ਧੋਖਾ, ਵਿਸ਼ਵਾਸਘਾਤ ਆ। ਦਿੱਲੀ ਦੀ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੇ ਵੋਟਾਂ ਪਾ ਕੇ ਇਹ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਸਾਹਿਬਾਨਾਂ ਦੀ ਇਹਨਾਂ ਸੱਜਣਾਂ ਨੂੰ ਸੰਭਾਲੀ ਸੀ। ਅੱਜ ਦਿੱਲੀ ਦੀ ਸਿੱਖ ਸੰਗਤ ਦੀ ਵਿਚਾਰ ਜਿਹੜੀ ਭਾਵਨਾ ਕਹਿ ਲਓ, ਸੋਚ ਕਹਿ ਲਓ, ਉਹਨਾਂ ਦੀ ਵਰਡਿਕਟ ਨੂੰ ਨਕਾਰ ਕੇ ਅੱਜ ਆਪਣਾ ਇੱਕ ਕਿਸੇ ਸਾਹਸੀ ਹੱਥਾਂ ਦਾ ਸ਼ਿਕਾਰ ਹੋ ਕੇ ਮਤਲਬ ਇਹ ਕਹਿਣਾ ਕਿ ਗੁਰਦੁਆਰਾ ਪ੍ਰਬੰਧ ਦੇ ਵਿੱਚ ਕੋਈ ਦਖਲ ਨਾ ਦੇਵੇ ਰਾਜਸੀ ਪਾਰਟੀ, ਉਹ ਇਤਿਹਾਸ ਨੂੰ ਵੀ ਪੁੱਠਾ ਗੇੜਾ ਦੇਣ ਵਾਲੀ ਗੱਲ ਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਥਾਪਨਾ ਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਜਦੋਜਹਿਦ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਲੜਿਆ ਔਰ ਉਸ ਸੰਘਰਸ਼ ਦੇ ਨਤੀਜੇ ਵਿੱਚੋਂ ਭਾਰਤ ਸਰਕਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਐਕਟ ਬਣਾਉਣਾ ਲਈ ਮਜਬੂਰ ਹੋਣਾ ਪਿਆ। ਜਿਹੜੀ ਕਮੇਟੀ ਦੀ ਸਥਾਪਨਾ ਹੀ ਇੱਕ ਰਾਜਸੀ ਪਾਰਟੀ ਦੇ ਸੰਘਰਸ਼ ਤੇ ਦਬਾਅ ਥੱਲੇ ਹੋਈ ਹੋਵੇ, ਉਸ ਕਮੇਟੀ ਦਾ ਪ੍ਰਧਾਨ ਮਤਲਬ ਰਾਜਸੀ ਪਾਰਟੀ ਨੂੰ ਸਰਪ੍ਰਸਤੀ ਤੋਂ ਦੂਰ ਕਰਨ ਲਈ ਬਿਆਨਬਾਜ਼ੀ ਕਰੇ, ਉਹ ਕਿਸੇ ਤਰ੍ਹਾਂ ਹਾਜ਼ਮ ਨਹੀਂ ਹੋ ਸਕਦੀ। ਸੋ ਇਹਨੂੰ ਅਸੀਂ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਔਰ ਇਸੇ ਕਰਕੇ